ਸਤਿ ਸ਼੍ਰੀ ਅਕਾਲ ਜੀ। ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ। ਤਿਆਰੀਆਂ ਤੁਹਾਨੂੰ ਦਿਖਾ ਦਿੰਦੇ ਆ ਕਿਉਂਕਿ ਅੱਜ ਸਹੁੰ ਚੱਕੀ ਜਾਣੀ ਹੈ। ਭਾਵੇਂ ਉਦੋਂ ਪਹਿਲਾਂ ਦੇਖਿਆ ਜਾਵੇ ਰਾਣਾ ਗੁਰਜੀਤ ਨੂੰ ਲੈ ਕੇ ਮਸਲਾ ਖੜਾ ਹੋ ਗਿਆ, ਪਰ ਪ੍ਰਗਟ ਸਿੰਘ ਦੇ ਘਰੇ ਅਸੀਂ ਖੜੇ ਹਾਂ। ਤੁਸੀਂ ਦੇਖੋ ਜਿਹੜੀਆਂ ਤਿਆਰੀਆਂ ਜਿਸ ਤਰ੍ਹਾਂ ਦੇ ਨਾਲ ਕੀਤੀਆਂ ਨੇ, ਤੇ ਵਧਾਈ ਦੇਣ ਵਾਲੇ ਲੋਕ ਵੀ ਲਗਾਤਾਰ ਪਹੁੰਚ ਰਹੇ ਨੇ ਬੁੱਕੇ ਲੈ ਲੈ ਕੇ, ਕਿਉਂਕਿ ਬਹੁਤ ਸਮੇਂ ਤੋਂ ਬਾਅਦ ਦੇਖਿਆ ਜਾਵੇ ਤਾਂ ਜਿਵੇਂ ਪ੍ਰਗਟ ਸਿੰਘ ਨੂੰ ਲਗਾਤਾਰ ਲੈ ਕੇ ਗੱਲ ਕੀਤੀ ਜਾਵੇ, ਸਪੋਰਟਸ ਮਿਨਿਸਟਰ ਦੇ ਤੌਰ ਤੇ ਬਹੁਤ ਲੋਕ ਵੀ ਖੈਰ ਦੇਖਣਾ ਚਾਹੁੰਦੇ ਸੀਗੇ ਕਿਉਂਕਿ ਹਾਕੀ ਦੇ ਮਹਾਰਥੀ ਖਿਡਾਰੀ ਨੇ। ਤੇ ਉਸ ਤੋਂ ਬਾਅਦ ਦੇਖਿਆ ਜਾਵੇ ਉਹਨਾਂ ਦੇ ਘਰੇ ਅੱਜ ਜਿਸ ਤਰ੍ਹਾਂ ਦਾ ਦਾਂਤਾ ਲੱਗਿਆ ਹੋਇਆ, ਤਾਂ ਹੁਣ ਜਿਹੜੀ ਚੰਨੀ ਦੀ ਨਵੀਂ ਕੈਬਨਿਟ ਬਣਨੀ ਆ ਉਹਦੇ ਵਿੱਚ ਸਪੋਰਟਸ ਮਿਨਿਸਟਰ ਦੇ ਤੌਰ ਤੇ ਪ੍ਰਗਟ ਸਿੰਘ ਹੋਰਾਂ ਨੂੰ ਦੇਖਿਆ ਜਾ ਸਕਦਾ। ਤੇ ਉਹਨਾਂ ਦੇ ਪਰਿਵਾਰ ਦੇ ਲੋਕ ਦੇਖੋ ਤੁਸੀਂ ਖੜੇ ਨੇਗੇ, ਤੇ ਉਹਨਾਂ ਨਾਲ ਵੀ ਗੱਲ ਕਰ ਲੈਂਦੇ ਆ ਕਿਉਂਕਿ ਕਾਫੀ ਸਮੇਂ ਤੋਂ ਕਿਤੇ ਨਾ ਕਿਤੇ ਲੋਕਾਂ ਨੂੰ ਵੀ ਲੱਗ ਰਿਹਾ ਸੀਗਾ ਕਿ ਕੋਈ ਇਸ ਤਰ੍ਹਾਂ ਦੇ ਲੋਕ, ਕਿਉਂਕਿ ਪ੍ਰਗਟ ਸਿੰਘ ਖੁਦ ਹਮੇਸ਼ਾ ਕਹਿੰਦੇ ਸੀਗੇ ਕਿ ਖਿਡਾਰੀਆਂ ਵਾਸਤੇ ਜਿਹੜੀ ਹੈ ਮੈਂ ਜਿਸ ਤਰ੍ਹਾਂ ਦੇ ਨਾਲ ਮੰਗ ਲਗਾਤਾਰ ਉਹਨਾਂ ਨੇ ਚੱਕੀ ਆ, ਤਾਂ ਉਹ ਚੀਜ਼ਾਂ ਨੇ ਜਿਹੜੀਆਂ ਅਸਲ ਤੌਰ ਤੇ ਇੱਕ ਸਪੋਰਟਸਮੈਨ ਚਾਹੁੰਦਾ, ਤਾਈਓ ਕਰਕੇ ਪੰਜਾਬ ਕਿਤੇ ਨਾ ਕਿਤੇ ਅੱਗੇ ਵੱਧਦਾ ਨਜ਼ਰ ਆਊਗਾ। ਇਹੀ ਚੀਜ਼ ਕਿਤੇ ਨਾ ਕਿਤੇ ਦੇਖੀ ਜਾ ਰਹੀ ਆ ਤੇ ਕਿਹਾ ਜਾ ਸਕਦਾ ਕਿ ਪ੍ਰਗਟ ਸਿੰਘ ਦੇ ਘਰੇ ਜਿਸ ਤਰ੍ਹਾਂ ਦੇ ਨਾਲ ਵੱਡੀ ਗਿਣਤੀ 'ਚ ਲੋਕ ਪਹੁੰਚ ਰਹੇ ਨੇ, ਤਾਂ ਸ਼ੁਰੂਆਤ ਹੋ ਚੱਲੀ ਹੈ, ਟਾਈਮ ਕੁਝ ਹੀ ਬਾਕੀ ਹੈ। ਮੈਡਮ ਖੜੇ ਨੇ, ਉਹਨਾਂ ਨਾਲ ਗੱਲ ਕਰ ਲੈਂਦੇ ਆ। ਮੈਡਮ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ। ਥੈਂਕ ਯੂ ਜੀ, ਮੁਬਾਰਕਾਂ। ਕਿਵੇਂ ਮੈਡਮ ਦੇਖਿਆ ਜਾਵੇ ਲੋਕ ਵੀ ਕਿਤੇ ਨਾ ਕਿਤੇ ਸਮਝਦੇ ਸੀਗੇ ਵੀ ਪ੍ਰਗਟ ਸਿੰਘ ਜਿਵੇਂ ਲਗਾਤਾਰ ਆਵਾਜ਼ ਚੱਕਦੇ ਨੇ, ਗੱਲ ਕਰਦੇ ਨੇ ਖਿਡਾਰੀ ਦੀ, ਆਮ ਖਿਡਾਰੀ ਦੀ ਜਿਵੇਂ ਦਰਪੇਸ਼ ਮੁਸ਼ਕਲਾਂ ਆਉਂਦੀਆਂ ਨੇ, ਤਾਂ ਹੋਣਾ ਚਾਹੀਦਾ ਪ੍ਰਗਟ ਸਿੰਘ ਵਰਗਾ। ਖੈਰ ਇਹ ਕਹੀਏ ਦੇਰੀ ਸਹੀ, ਪਰ ਅੱਜ ਉਹ ਦਿਨ ਆ ਗਿਆ ਹੈਗਾ। ਇੱਦਾਂ ਹੈ ਜੀ, ਉਹ ਕਹਿੰਦੇ ਹੁੰਦੇ ਆ ਨਾ, ਇੱਕ ਕਹਾਵਤ ਹੈ ਕਿ ਸਾਹਿਬ ਹੱਥ ਵਡਿਆਈਆਂ ਜਦੋਂ ਮਿਲਣੀਆਂ ਉਦੋਂ ਹੀ ਮਿਲਦੀਆਂ ਨੇ। ਬੰਦਾ ਤਾਂ ਬਹੁਤ ਕੁਝ ਸੋਚਦਾ ਹੁੰਦਾ ਹੈ, ਤੇ ਬਟ ਹਾਂ ਇਹ ਹੈ ਵੀ ਐਜ਼ ਅਸੀਂ ਵੀ ਵੋਟ ਕਰੀਦੀ ਹੈ, ਮਤਲਬ ਚਲੋ ਨੋਰਮਲ ਵੋਟਰ ਆ, ਸਾਨੂੰ ਵੀ ਇਹ ਆਸ ਹੈਗੀ ਕਿ ਵੀ ਪੰਜਾਬ ਦੀ ਬਿਹਤਰੀ ਵਾਸਤੇ ਚੰਗੇ ਬੰਦੇ ਅੱਗੇ ਆਉਣ, ਜਿਨ੍ਹਾਂ ਵਿੱਚੋਂ ਚਲੋ ਦੇਰ ਆਏ ਦਰੁਸਤ ਆਏ, ਤੇ ਸਰਦਾਰ ਪ੍ਰਗਟ ਸਿੰਘ ਨੂੰ ਚੂਜ਼ ਕੀਤਾ ਗਿਆ। ਜਦੋਂ ਪ੍ਰਗਟ ਸਿੰਘ ਹੋਰਾਂ ਨਾਲ ਗੱਲ ਕਰਦੇ ਕਈ ਵਾਰੀ, ਕਿਉਂਕਿ ਵਿਧਾਨ ਸਭਾ ਵੀ ਅਸੀਂ ਦੇਖਿਆ ਇਹਨਾਂ ਨੇ, ਤਾਂ ਚਲੋ ਭਾਵੇਂ ਇਹਨਾਂ ਨੇ ਸਰਕਾਰ ਨਹੀਂ ਦੇਖੀ, ਕਹਿੰਦੇ ਹੁੰਦੇ ਕਿ ਮੈਂ ਮੁੱਦਾ ਦੇਖਦਾ ਹੁੰਦਾ ਵੀ ਮੁੱਦਾ ਕਿਹੜਾ ਲੋਕਾਂ ਵਾਸਤੇ ਆ। ਕਈ ਵਾਰੀ ਭਾਵੁਕ ਵੀ ਹੋ ਜਾਂਦੇ ਨੇ, ਘਰੇ ਵੀ ਇਸ ਤਰ੍ਹਾਂ ਦੇ ਨਾਲ ਹੋ ਜਾਂਦੇ ਨੇ ਕਿ ਆਖਰਕਾਰ ਕਹਿੰਦੇ ਵੀ ਖਿਡਾਰੀ ਨੂੰ ਲੈ ਕੇ ਮੈਂ ਨਹੀਂ ਦੇਖ ਸਕਦਾ ਹੈਗਾ ਕਿ ਜਿਵੇਂ ਜਿਵੇਂ ਸਰਕਾਰਾਂ ਕਰਦੀਆਂ, ਭਾਵੇਂ ਕਹਿੰਦੇ ਸਾਡੀ ਕਿਉਂ ਨਹੀਂ ਹੈਗੀ, ਵੀ ਉਹ ਚੀਜ਼ ਮਿਲਣੀ ਚਾਹੀਦੀ ਹੈ। ਕਿਉਂਕਿ ਕਹਿੰਦੇ ਮੈਂ ਜ਼ਮੀਨੀ ਤੌਰ ਤੇ ਦੇਖਿਆ ਮੁਸ਼ਕਲ ਔਖੇ ਕਿਵੇਂ ਹੁੰਦੇ ਨੇ ਖਿਡਾਰੀ। ਬਿਲਕੁਲ, ਤੁਸੀਂ ਪਤਾ ਨਹੀਂ ਸਰਦਾਰ ਪ੍ਰਗਟ ਸਿੰਘ ਦੀ ਪਿਛੋਕੜ ਦੇ ਵਿੱਚ ਗਏ ਹੋਵੋਗੇ, ਨਹੀਂ ਬੜੇ ਸਧਾਰਨ ਜਿਹੇ ਪਰਿਵਾਰ ਦੇ ਵਿੱਚੋਂ, ਕਿਸਾਨੀ ਪਰਿਵਾਰ ਦੇ ਵਿੱਚੋਂ ਉੱਠੇ ਆ, ਜਿੱਥੇ ਕਿ ਇਹਨਾਂ ਦੇ ਫਾਦਰ ਮਦਰ ਨੂੰ ਮੈਨੂੰ ਨਹੀਂ ਲੱਗਦਾ ਜਲੰਧਰ ਦਾ ਵੀ ਰਾਹ ਉਹਨਾਂ ਨੂੰ ਪਤਾ ਸੀ, ਉਹ ਆਪਣੀ ਜਿਹੜਾ ਕੀਤਾ ਸੀ ਉਹਦੇ ਵਿੱਚ ਸੀਗੇ। ਸੋ ਉੱਥੋਂ ਉੱਠ ਕੇ ਜੇ ਪਹੁੰਚੇ ਆ ਔਰ ਆਪਣੀ ਕਾਬਲੀਅਤ ਦੇ ਬਲਬੂਤੇ ਤੇ ਇੱਥੇ ਪਹੁੰਚੇ ਆ। ਸੋ ਮੈਂ ਇਹ ਸੋਚਦੀ ਹਾਂ ਵੀ ਇਹਨਾਂ ਦੀ ਜਿਹੜੀ ਨੇਕ ਸੋਚ ਹੈਗੀ ਆ, ਵਿਜ਼ਨ ਹੈ, ਐਕਸਪੀਰੀਅੰਸ ਹੈਗਾ ਆ, ਤੇ ਕਿਤੇ ਨਾ ਕਿਤੇ ਪੰਜਾਬ ਵਾਸਤੇ ਮਤਲਬ ਜਿਹੜੀ ਹੈਗੀ ਆ ਨਾ ਦਰਦ ਆ, ਉਹੀ ਇੱਥੋਂ ਤੱਕ ਇਹਨਾਂ ਨੂੰ ਲੈ ਕੇ ਆਈ ਹੈਗੀ ਆ। ਹੋ ਜਾਂਦੇ ਨੇ ਗੱਲਾਂ ਕਰਦੇ। ਮੈਂ ਕਿ ਬਹੁਤ ਇਮੋਸ਼ਨਲ, ਪੰਜਾਬ ਲਈ ਤਾਂ ਅਸੀਂ ਸਭ ਕੁਝ ਛੱਡ ਸਕਦੇ ਆ। ਮਤਲਬ ਮੈਨੂੰ ਵੀ ਇਹੀ ਕਿਹਾ ਗਿਆ ਸੀਗਾ ਕਿ ਤੁਸੀਂ ਜਦੋਂ ਮੈਨੂੰ ਜੇ ਚੂਜ਼ ਕਰਨਾ ਪਿਆ ਕਿ ਪਾਰਟੀ ਜਾਂ ਪੰਜਾਬ, ਤੇ ਤੁਸੀਂ ਮੈਨੂੰ ਕਿਹਾ ਸੀ ਵੀ ਮੈਂ ਮਤਲਬ ਸਾਨੂੰ ਵੀ ਇਹ ਕਹਿ ਦਿੱਤਾ ਗਿਆ ਸੀ ਤੁਸੀਂ ਕਿਸੇ ਨੇ ਕੁਝ ਨਹੀਂ ਬੋਲਣਾ ਹੈਗਾ, ਵੀ ਮੈਂ ਪੰਜਾਬ ਚੂਜ਼ ਕਰਨਾ। ਇਹਦੇ 'ਚ MLA ਰਵਾਂ ਨਾ ਰਵਾਂ, ਚਿੱਠੀ ਤਾਂ ਜੇਬ 'ਚ ਹੀ ਆ, ਪੱਕੀ ਰੱਖੀ ਹੋਈ ਆ। ਖੈਰ ਕੋਈ ਇੱਕ ਕਹਿੰਦੇ ਨੇ ਵੀ ਜਿਹੜਾ ਬੰਦਾ ਆਪਦੇ ਨਿਸ਼ਚਿਆਂ ਨੂੰ ਲੈ ਕੇ ਪਿੱਛੇ ਨਹੀਂ ਹਟਦਾ ਹੈਗਾ, ਉਹ ਕਿਸੇ ਵੀ ਮੁਸ਼ਕਲ ਦੇ ਨਾਲ ਲੜਨਾ ਪੈ ਸਕਦਾ ਹੈ। ਤੇ ਲੱਗਦਾ ਵੀ ਪ੍ਰਗਟ ਸਿੰਘ ਹੋਰਾਂ ਨਾਲ ਹੋਇਆ ਉਵੇਂ, ਖੇਡ ਦੇ ਮੈਦਾਨ 'ਚ ਵੀ ਚੁਣੌਤੀਆਂ ਰਹੀਆਂ ਤੇ ਸਿਆਸਤ ਦੇ ਮੈਦਾਨ 'ਚ ਵੀ ਰਹੀਆਂ। ਦੇਖੋ ਮੈਂ ਫਰੈਂਕਲੀ ਹੁਣ ਸਹੀ ਗੱਲ ਮਤਲਬ ਦੇਖਿਆ ਜਾਵੇ, ਚੁਣੌਤੀਆਂ ਕਿਉਂ ਅਕਾਲੀ ਸਰਕਾਰ ਦੇ ਵਿੱਚ ਵੀ ਸੀਗੀ। ਜਦੋਂ ਇਹਨਾਂ ਨੇ ਉਦੋਂ ਐਜ਼ ਅ ਡਾਇਰੈਕਟਰ ਸਪੋਰਟ ਰਿਜ਼ਾਈਨ ਕੀਤਾ ਸੀਗਾ, ਉਦੋਂ ਡਿਪਟੀ CM ਸਾਹਿਬ ਨੇ ਇਹ ਕਿਹਾ ਸੀਗਾ ਕਿ ਤੁਹਾਨੂੰ ਸਪੋਰਟਸ ਪ੍ਰਗਟ ਨੇ ਕਿਹਾ ਸੀ ਮੇਰਾ ਪੈਸ਼ਨ ਆ, ਮੇਰਾ ਪੈਸ਼ਨ ਨਾ ਤੁਸੀਂ ਤੋੜਿਓ। ਇਹੀ ਕੰਡੀਸ਼ਨ ਰੱਖੀ ਸੀਗੀ ਵੀ ਸਰ ਮੈਂ ਮਤਲਬ ਪੰਜਾਬ ਲਈ ਕਰਨਾ ਆ, ਤੇ ਮੇਰੀ ਵਿਜ਼ਨ ਹਲੇ ਬਹੁਤ ਹੈਗੀ ਆ, ਤੇ ਮੈਨੂੰ ਤੁਸੀਂ ਉਹ ਕਹਿੰਦੇ ਨਹੀਂ ਤੂੰ ਇਸ ਤੋਂ ਬਾਅਦ ਵੀ ਅੱਛਾ, ਉਹਨਾਂ ਨੇ ਵੀ ਯੂਜ਼ ਕੀਤਾ, ਚਲੋ ਹੋ ਗਿਆ ਠੀਕ ਹੈ। ਬਟ ਜਦੋਂ ਉਹ ਵੀ ਮੁੱਦਿਆਂ ਤੋਂ ਪਟਕੇ, ਔਰ ਸਪੈਸ਼ਲੀ ਸਾਡੇ ਜਿੱਥੇ ਅਸੀਂ ਕੈਂਟ ਕੌਂਸਟੀਚੁਐਂਸੀ ਦੇ ਵਿੱਚ ਰਹਿੰਦੇ, ਉੱਥੇ ਵੇਸਟ ਮੈਨੇਜਮੈਂਟ ਦਾ ਉਦੋਂ ਬਹੁਤ ਸੀਗਾ, ਤੇ ਜੇ ਉਹ ਵੇਸਟ ਮੈਨੇਜਮੈਂਟ ਦਾ ਪਲਾਂਟ ਉੱਥੇ ਲੱਗਦਾ, ਸਾਡੇ 61 ਦੇ 61 ਪਿੰਡ, ਤੇ ਪਲੱਸ ਜਿਹੜਾ ਸਾਡੇ ਸਾਰਾ ਜਿਹੜਾ ਹੈਗਾ ਨਾ ਸਾਰਾ ਸ਼ਹਿਰ ਵੱਧ ਉੱਧਰ ਨੂੰ ਰਿਹਾ, ਉਹ ਹੈਗਾ ਸਾਰਾ ਰੈਜ਼ੀਡੈਂਸ਼ੀਅਲ ਏਰੀਆ, ਕੋਈ ਇੰਡਸਟਰੀ ਨਹੀਂ, ਉਹਦਾ ਸਾਨੂੰ ਬਹੁਤ ਨੁਕਸਾਨ ਹੋਣਾ ਸੀ। ਪੀਣ ਵਾਲਾ ਪਾਣੀ ਨੂੰ ਵੀ ਹੋਣਾ ਸੀ, ਹਵਾ ਨੂੰ ਵੀ ਹੋਣਾ ਸੀ, ਸਾਰੀ ਚੀਜ਼ ਨੂੰ। ਔਰ ਹੋਣਾ ਵੀ ਮੇਰੇ ਖਿਆਲ 21 ਮਿਊਨਿਸਪੈਲਿਟੀਜ਼ ਦਾ ਕੂੜਾ ਉੱਥੇ, ਉਹ ਮੁੱਦਾ ਲੈ ਕੇ ਉਦੋਂ ਨਹੀਂ ਮੰਨੇ ਤੇ ਡਟੇ ਰਹੇ, ਕਹਿੰਦੇ MLA ਰਵਾਂ ਨਾ ਰਵਾਂ, ਪਰ ਮੈਂ ਨਹੀਂ। ਇਹ ਜਦੋਂ ਤੁਹਾਨੂੰ ਦਿਖ ਰਿਹਾ ਕੁਝ ਗਲਤ ਹੋ ਰਿਹਾ, ਹੁਣ ਵੀ ਇਸ ਪਾਰਟੀ ਦੇ ਵਿੱਚ ਵੀ ਟਾਈਮ ਐਂਡ ਅਗੇਨ ਫਰਸਟ੍ਰੇਟਡ ਡੈਫੀਨੇਟਲੀ ਸੀ, ਕਿਉਂਕਿ ਦਿਖ ਰਿਹਾ ਸੀਗਾ। ਤੁਸੀਂ ਮਤਲਬ ਇਹ ਦੇਖੋ, ਅਸੀਂ ਕਿਉਂਕਿ ਸਪੋਰਟਸ ਨਾਲ ਐਸੋਸੀਏਟਡ ਹੈਗੇ ਆ, ਮਤਲਬ ਹੁਣ ਮੈਂ ਥੋੜ੍ਹੇ ਦਿਨ ਹੋਏ ਆ ਮਨਪ੍ਰੀਤ ਹੁਣਾਂ ਨੂੰ ਮਿਲੀ, ਜਿਹੜੇ ਓਲੰਪਿਕ ਸੀਗੇ ਕਰਕੇ ਉਹ ਸਾਰੇ ਇਕੱਠੇ ਹੋ ਕੇ ਇਹਨਾਂ ਦੇ ਕੋਲ ਆਏ, 5-6 ਦਿਨ ਹੀ ਹੋਏ ਆ ਰਾਦਰ, ਤੇ ਮੈਂ ਉਹਨੂੰ ਵਧਾਈਆਂ ਦੇ ਰਹੀ ਸੀ। ਮੈਂ ਕਿਹਾ ਮਨਪ੍ਰੀਤ ਤੁਸੀਂ SP ਬਣ ਗਏ। ਕਹਿੰਦਾ ਕਿੱਥੇ ਭਾਬੀ ਜੀ, ਕਾਹਦੇ ਬਣ ਗਏ ਆ, ਸਾਨੂੰ ਤਾਂ ਚਿੱਠੀਆਂ ਤੱਕ ਨਹੀਂ ਦਿੱਤੀਆਂ। ਮੈਂ ਕਿਹਾ ਤੁਸੀਂ ਤਾਂ ਵੱਡਾ ਖਾਣਾ ਖਾ ਕੇ ਆਏ ਹੋ। ਤੇ ਬਟ ਉਹੀ ਗੱਲ ਹੈ ਵੀ ਉਹ ਬਲਫ ਕਰ ਦਿੰਦੇ ਆ। ਪ੍ਰਗਟ ਹੈ ਜੋ ਕਹਿਣਗੇ ਉਹ ਕਰਨਗੇ, ਨਹੀਂ ਤਾਂ ਕਹਿਣਗੇ ਨਹੀਂ, ਵਾਅਦਾ ਨਹੀਂ ਕਰਨਗੇ। ਇਹ
ਚੀਜ਼ ਇਹ 'ਚ ਕੋਈ ਦੋ ਰਾਏ ਨਹੀਂ, ਭਾਵੁਕ ਹੋ ਜਾਂਦੇ ਨੇ ਕਿਉਂਕਿ ਸਾਡੇ ਨਾਲ ਗੱਲਬਾਤ ਕਰਦੇ ਹੋਏ ਕਈ ਵਾਰੀ ਭਾਵੁਕ ਹੋਏ ਨੇ। ਕਹਿੰਦੇ ਪੰਜਾਬ ਦੇ ਮੁੱਦੇ ਨਹੀਂ ਮੈਂ ਪਿੱਛੇ ਛੱਡ ਸਕਦਾ। ਤੁਸੀਂ ਦੇਖੋ ਵਧਾਈ ਦੇਣ ਜਿਵੇਂ ਲੋਕ ਪਹੁੰਚੇ ਨੇ, ਤਾਂ ਅੱਜ ਉਹ ਦਿਨ ਆਇਆ ਬੜੇ ਦਿਨਾਂ ਤੋਂ ਬਾਅਦ ਦੇਖੇ ਜਾਵੇ, ਕਿਉਂਕਿ ਪ੍ਰਗਟ ਸਿੰਘ ਨੂੰ ਕਿਸੇ ਪਾਰਟੀ ਦੇ ਤੌਰ ਤੇ ਨਹੀਂ ਬਲਕਿ ਬਤੌਰ ਖਿਡਾਰੀ ਤੇ ਖਿਡਾਰੀ ਦੇ ਲਈ ਦੇ ਤੌਰ ਤੇ ਜਾਣਿਆ ਜਾਂਦਾ ਹੈ। ਕਿਉਂਕਿ ਪਾਰਟੀਆਂ ਦੇ ਤੌਰ ਤੇ ਸਿਆਸਤਦਾਨਾਂ ਨੂੰ ਸੋ ਕਾਲਡ ਲੀਡਰ ਜਿਹੜੇ ਆਪਾਂ ਕਹਿ ਦਿੰਦੇ ਆ ਵੀ ਸਿਆਸਤ ਤੋਂ ਖੜੇ ਹੁੰਦੇ ਨੇ, ਪਰ ਪ੍ਰਗਟ ਸਿੰਘ ਦਾ ਵਿਜ਼ਨ ਜਿਵੇਂ ਕਿ ਮੈਡਮ ਨੇ ਵੀ ਦੱਸਿਆ ਕਿ ਪ੍ਰਗਟ ਸਿੰਘ ਦਾ ਵਿਜ਼ਨ ਖਿਡਾਰੀ ਨੂੰ ਅੱਗੇ ਕਰਨਾ, ਪੰਜਾਬ ਨੂੰ ਅੱਗੇ ਕਰਨਾ। ਕਹਿੰਦੇ ਚਿੱਠੀ ਜੇਬ 'ਚ ਹਮੇਸ਼ਾ ਰੱਖਦੇ ਨੇ ਤੇ ਉਹੀ ਚੀਜ਼ ਦੇਖਣ ਨੂੰ ਵੀ ਮਿਲਦੀ ਹੈ ਕਿ ਸਮਝੌਤਾ ਕਿਸੇ ਚੀਜ਼ ਨੂੰ ਲੈ ਕੇ ਕਦੇ ਕਰਦੇ ਹੋਏ ਨਜ਼ਰ ਨਹੀਂ ਆਏ। ਤੇ ਤਾਈਓ ਕਰਕੇ ਅੱਜ ਆਹ ਦਿਨ ਜਿਹੜਾ ਕਿ ਕਿਤੇ ਨਾ ਕਿਤੇ ਸਾਹਮਣੇ ਆਇਆ ਕਿ ਉਹਨਾਂ ਦੇ ਘਰੇ ਤੁਸੀਂ ਦੇਖੋ ਕਿ ਹਾਲਾਤ ਕਿ ਉਹਨਾਂ ਦੀ ਕਾਬਲੀਅਤ ਤੇ ਜੇ ਕਹੀਏ ਕਿ ਉਹਨਾਂ ਦੇ ਨਿਸ਼ਚੇ ਨੂੰ ਹੀ ਅੱਗੇ ਵਧਾਉਂਦੇ ਹੋਏ ਅੱਜ ਪ੍ਰਗਟ ਸਿੰਘ ਨੂੰ ਜਿਹੜਾ ਕਿ ਮੰਤਰੀ ਬਣਾਇਆ ਜਾ ਰਿਹਾ ਹੈਗਾ। ਤੇ ਮੈਕਸਿਮਮ ਇਹੀ ਹੈ ਕਿ ਸਪੋਰਟਸ ਮਿਨਿਸਟਰ ਉਹ ਹੋਣਗੇ ਰਾਣਾ ਗੁਰਮੀਤ ਸੋਢੀ ਤੋਂ ਬਾਅਦ। ਤੇ ਤੁਸੀਂ ਦੇਖੋ ਤਿਆਰੀਆਂ ਨੇ ਜਿਹੜੀਆਂ ਇੱਕ ਪੂਰਾ ਵਿਆਹ ਵਰਗਾ ਮਾਹੌਲ ਜਿਹੜਾ ਪ੍ਰਗਟ ਸਿੰਘ ਹੋਰਾਂ ਦੇ ਘਰੇ ਆ। ਤੇ ਕਿਹਾ ਜਾ ਸਕਦਾ ਕਿ ਅੱਗੇ ਨੂੰ ਕਿਸ ਤਰ੍ਹਾਂ ਦਾ ਨਿਸ਼ਚੈ ਲੈ ਕੇ ਚੱਲਦੇ ਨੇ ਤੇ ਨਾਲੋਂ ਨਾਲ ਗੱਲ ਵੀ ਕਰ ਲੈਂਦੇ ਉਹਨਾਂ ਨਾਲ ਕਿ ਆਖਰ ਕੀ ਕਹਿੰਦੇ ਨੇ ਫਿਰ ਬਹੁਤ ਸਮੇਂ ਤੋਂ ਬਾਅਦ। ਤੇ ਲਗਾਤਾਰ ਤੁਸੀਂ ਦੇਖੋ ਕਿ ਜਿਵੇਂ ਵਧਾਈਆਂ ਦੇਣ ਵਾਲੇ ਪਹੁੰਚੇ ਹੋਏ ਨੇ ਤੇ ਲਗਾਤਾਰ ਮੂੰਹ ਮਿੱਠਾ ਪ੍ਰਗਟ ਹੋਰਾਂ ਦਾ ਕਰਵਾਇਆ ਜਾ ਰਿਹਾ। ਖੈਰ ਕਿਉਂਕਿ ਦਿਨ ਹੀ ਅਜੇ ਹੈ ਤੇ ਨਾਲ ਚੁਣੌਤੀਆਂ ਜ਼ਰੂਰ ਅੱਗੇ ਰਹਿਣਗੀਆਂ, ਗੱਲ ਕਰ ਲੈਂਦੇ ਆ ਕਿਉਂਕਿ ਲਗਾਤਾਰ ਮੂੰਹ ਮਿੱਠੇ ਸਵੇਰ ਦੇ ਹੋ ਰਹੇ ਨੇ। ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਇਹ ਚੀਜ਼ ਦਿਖਦੀ ਹੈ ਕਿ ਪਿਆਰ ਲੋਕਾਂ ਦਾ ਜਿਹੜਾ ਲਗਾਤਾਰ ਪਹੁੰਚ ਰਿਹਾ ਨੇ। ਤੇ ਤੁਸੀਂ ਦੇਖੋ ਲੱਡੂ ਖਵਾਉਣ ਵਾਸਤੇ ਵੀ ਕਿਤੇ ਨਾ ਕਿਤੇ ਕੀਤਾ ਹੋ ਰਹੀ ਹੈ ਕਿ ਉਹ ਕਹਿੰਦੇ ਮੈਂ ਖਵਾਉਣਾ, ਦੂਜਾ ਕਹਿੰਦਾ ਮੈਂ ਖਵਾਉਣਾ, ਕਿ ਆਖਰ ਇਹਨਾਂ ਦਿਨਾਂ ਦੇ ਵਿੱਚ ਕਿਤੇ ਨਾ ਕਿਤੇ ਜੋ ਹੁੰਦੀ ਆ। ਪ੍ਰਗਟ ਜੀ ਦੇਖਿਆ ਜਾਵੇ ਬਿਲਕੁਲ ਫੋਟੋ ਖਿਚਾ ਲੈਂਦੋ ਕਿਉਂਕਿ ਲੋਕ ਬੜੀ ਦੂਰੋਂ ਦੂਰੋਂ ਵੀ ਆਏ ਹੋਏ ਨੇਗੇ ਜਿਹੜੇ ਨੇ ਵਧਾਈਆਂ ਦੇਣ ਨੂੰ। ਪ੍ਰਗਟ ਜੀ ਤੇ ਕਿਉਂਕਿ ਤੁਸੀਂ ਦੇਖੋ ਕਿ ਅਖਰਾਂ ਦੇ ਨਾਲ ਪਹੁੰਚੇ ਨੇ ਤਾਂ ਗੱਲ ਸਭ ਤੋਂ ਵੱਡੀ ਉਹਨਾਂ ਦੇ ਨਾਲ ਇਹੀ ਰਹੂਗੀ ਕਿ ਅੱਜ ਦੀ ਜਿਹੜੀ ਚੁਣੌਤੀਆਂ ਨੇ ਉਹਨਾਂ ਨੂੰ ਉਹ ਕਿਵੇਂ ਦੇਖਦੇ ਨੇ। ਇਹੀ ਚੀਜ਼ ਜੇ ਕਿਹਾ ਜਾਵੇ ਕਿ ਬਹੁਤ ਸਮੇਂ ਤੋਂ ਲਗਾਤਾਰ ਇੰਤਜ਼ਾਰ ਵੀ ਸੀਗਾ ਤੇ ਕਈ ਤਰ੍ਹਾਂ ਦੇ ਪੋਲੀਟੀਕਲ ਸਿਨੈਰੀਓ ਵੀ ਬਣੇ। ਪ੍ਰਗਟ ਜੀ ਦੇਖਿਆ ਜਾਵੇ ਪੋਲੀਟੀਕਲ ਸਿਨੈਰੀਓ ਬਹੁਤ ਤਰ੍ਹਾਂ ਦੇ ਬੰਦੇ ਨੇ। ਖੈਰ ਆਖਰਕਾਰ ਦਿਨ ਆਇਆ ਕਿ ਪ੍ਰਗਟ ਸਿੰਘ ਪੰਜਾਬ ਦੇ ਹੁਣ ਖੇਡ ਮੰਤਰੀ ਬਣਨਗੇ। ਕਿਤੇ ਨਾ ਕਿਤੇ ਪਹਿਲੀ ਤਾਂ ਜਿਸ ਤਰ੍ਹਾਂ ਦੇ ਨਾਲ ਤੁਸੀਂ ਪਹਿਲਾਂ ਵੀ ਖਿਡਾਰੀਆਂ ਨੂੰ ਲੈ ਕੇ ਭਾਵੁਕ ਹੋ ਜਾਂਦੇ ਹੋ, ਕਿਤੇ ਨਾ ਕਿਤੇ ਸਮਝਦੇ ਹੋ ਬੇਸ਼ੱਕ ਦਿਨ ਥੋੜੇ ਨੇ ਪਰ ਕਰਨ ਵਾਸਤੇ ਸਮਾਂ ਜ਼ਰੂਰ ਮਿਲੇ। ਨਹੀਂ ਕੋਈ ਰੌਲਾ ਨਹੀਂ ਹੈ। ਦੇਖੋ ਮੈਨੂੰ ਤਾਂ ਇਸ ਜਿੱਦਾਂ ਨਾ 17 ਮਿੰਟਾਂ ਦੇ ਮੈਚ ਦੇ ਵਿੱਚ ਜਦੋਂ 10 ਮਿੰਟ ਰਹਿੰਦੇ ਹੁੰਦੇ ਮੈਨੂੰ ਤਾਂ ਉਦੋਂ ਖੇਡਣ ਦਾ ਮਜ਼ਾ ਆਉਂਦਾ। ਇਹ ਵੀ ਸਾਢੇ 4 ਸਾਲ ਲੰਘ ਗਏ ਤੇ 90 ਦਿਨ ਹੈਗੇ। 90 ਦਿਨ ਦੇ ਵਿੱਚ ਬਿਲਕੁਲ ਦਿਨ ਰਾਤ ਕਰਕੇ ਜੋ ਵੀ ਜ਼ਿੰਮੇਵਾਰੀ ਹੋਊਗੀ ਉਹਨੂੰ ਬਾਖੂਬੀ ਨਿਭਾ ਕੇ ਔਰ ਪੰਜਾਬ ਨੂੰ ਇੱਕ ਰੋਡ ਮੈਪ ਦੇ ਕੇ ਉਧਰ ਨੂੰ ਤੋਰਨ ਦੀ ਕੋਸ਼ਿਸ਼ ਹੈਗੀ ਹੈ। ਤੇ ਪ੍ਰਗਟ ਜੀ ਦੇਖਿਆ ਜਾਵੇ ਪਹਿਲੀ ਜੇ ਮਸਲੇ ਪੰਜਾਬ ਦੇ ਕਈ ਨੇ, ਬਿਜਲੀ ਦੀ ਗੱਲ ਹੋਵੇ, ਬੇਅਦਬੀ ਨੂੰ ਲੈ ਕੇ ਹੋਵੇ, ਹੋਰ ਮਾਈਨਿੰਗ ਨੂੰ ਲੈ ਕੇ ਹੋਵੇ, ਮਸਲੇ ਕਈ ਤਰ੍ਹਾਂ ਦੇ ਹੈਗੇ ਨੇ। ਪਰ ਸ਼ੁਰੂਆਤ ਖੇਡ ਦੀ ਤੌਰ ਤੇ ਜੇ ਮੰਨੀ ਜਾਵੇ ਤੁਹਾਡੀ ਕਿ ਕੀ ਪਲਾਨ ਹੈਗਾ ਜਿਹਨੂੰ ਤੁਸੀਂ ਸਮਝਦੇ ਹੋ ਵੀ 90 ਦਿਨ 'ਚ ਮੈਂ ਪੂਰਾ ਕਰ ਵੀ ਸਕਦਾ, ਲਾਗੂ ਤਾਂ ਕਰਦਾ ਕੰਮ। ਕੈਬਨਿਟ ਦੇ ਤੁਸੀਂ ਹਿੱਸੇਦਾਰ ਹੁੰਦੇ ਆ, ਦੈਨ ਉੱਥੇ ਡਿਸਕਸ਼ਨ ਹੋਊਗੀ ਸਾਰੇ ਇਸ਼ੂਜ਼ ਤੇ। ਤੋ ਉਹ ਸਾਰੇ ਇਸ਼ੂਜ਼ ਨੂੰ ਲਿਆ ਕੇ ਕਲੱਬ ਕਰਕੇ ਤੇ ਉਹਦੇ ਵਿੱਚੋਂ ਸੋਲੂਸ਼ਨ ਲੱਭਣਾ। ਕਿਉਂਕਿ ਸਭ ਤੋਂ ਵੱਡਾ ਮੁੱਦਾ ਜਿਹੜਾ ਆ ਉਹ ਖਾਸ ਕਰਕੇ ਸਾਡਾ ਬਿਜਲੀ ਦਾ ਆ, ਉਹਦੇ ਨਾਲ ਬੇਅਦਬੀਆਂ ਦਾ ਇਸ਼ੂ ਹੈਗਾ, ਉਹਦੇ ਨਾਲ ਡਰੱਗ ਦਾ ਇਸ਼ੂ ਹੈਗਾ, ਔਰ ਉਹਦੇ ਨਾਲ ਮੈਂ ਤਾਂ ਇਹ ਵੀ ਕਹਿੰਦਾ ਵੀ 31,000 ਕਰੋੜ ਰੁਪਈਆ ਜਿਹੜਾ ਫੂਡ ਸਕੈਮ ਸੀਗਾ, ਮੈਨੂੰ ਨਹੀਂ ਪਤਾ ਵੀ ਉਹਦੀ ਕੀ ਸਿਚੁਏਸ਼ਨ ਆ ਕਿਉਂਕਿ ਮੈਂ ਉਹਦੀ ਕਦੀ ਫਾਈਲ ਨਹੀਂ ਦੇਖੀ। ਉਹ ਵੀ ਲਿਆ ਕੇ ਔਰ ਉਹਦੇ ਤੇ ਜੋ ਗਿਵਨ ਸਿਚੁਏਸ਼ਨ ਦੇ ਵਿੱਚ ਬੈਸਟ ਸੋਲੂਸ਼ਨ ਹੈਗਾ ਉਹਨੂੰ ਲੱਭਾਂਗੇ। ਕਿਉਂਕਿ ਜੇ ਦੇਖਿਆ ਜਾਵੇ ਕੈਬਨਿਟ ਨੂੰ ਲੈ ਕੇ ਵੀ ਜਿਵੇਂ ਹੁਣ ਪਹਿਲਾਂ ਕਈ ਦਿਨ ਚੰਨੀ ਹੋਰੇ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਰਿਹਾ, ਹੁਣ ਰਾਣਾ ਗੁਰਜੀਤ ਦੇ ਨਾਮ ਨੂੰ ਲੈ ਕੇ ਕਿਤੇ ਕਿਤੇ ਰੌਲਾ ਸ਼ੁਰੂ ਹੋ ਗਿਆ। ਤੁਸੀਂ ਨਹੀਂ ਸਮਝਦੇ ਕਿ ਕੈਪਟਨ ਦੇ ਅਸਤੀਫੇ ਤੋਂ ਬਾਅਦ ਲੱਗਦਾ ਸੀ ਵੀ ਸਭ ਕੁਝ ਠੀਕ ਹੋ ਜੂ, ਪਰ ਫਿਰ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਇਸ਼ੂ ਲਗਾਤਾਰ ਚੱਲ ਹੀ ਰਿਹਾ ਹੈ। ਆਉਂਦੇ ਜਿਵੇਂ ਸਮਾਂ ਕਿਹਾ ਘੱਟ ਹੈ, ਅੱਗੇ ਆਉਂਦੀਆਂ ਚੋਣਾਂ ਵਾਸਤੇ ਤੁਹਾਨੂੰ ਨਹੀਂ ਲੱਗਦਾ ਵੀ ਕਿ ਗਰਾਊਂਡ ਕਿਤੇ ਦੂਜੇ ਪਾਸੇ ਨੂੰ ਤਿਆਰ ਨਾ ਹੋ? ਨਹੀਂ ਕੋਈ ਇਹੋ ਜਿਹੀ ਗੱਲ ਨਹੀਂ ਹੈ। ਦੇਖੋ ਮੈਂ ਹਮੇਸ਼ਾ ਜਦੋਂ ਇੰਟਰਨਲ ਡੈਮੋਕ੍ਰੇਸੀ ਦੀ ਗੱਲ ਕਰਦਾ ਨਾ ਤਾਂ ਦਿਸ ਇਜ਼ ਏ ਇੰਟਰਨਲ ਡੈਮੋਕ੍ਰੇਸੀ। ਜੇ ਕੋਈ ਕਿਸੇ ਦਾ ਕੋਈ ਗਿਲਾ ਸ਼ਿਕਵਾ ਹੈਗਾ, ਇਹ ਗੱਲ ਬੀਜੇਪੀ ਦੇ ਵਿੱਚ ਕੋਈ ਕਰ ਸਕਦਾ? ਮੋਦੀ ਜੀ ਔਰ ਅਮਿਤ ਸ਼ਾਹ ਜੀ ਦੇ ਅਗੇਂਸਟ ਕੋਈ ਬੀਜੇਪੀ ਦਾ ਲੀਡਰ ਉਹਦੀ ਜੁਰਤ ਹੈ ਵੀ ਉਹ ਕਿਤੇ ਇਹ ਗੱਲ ਕਹਿ ਸਕੇ, ਜਦ ਕਿ ਦੇਸ਼ ਜਿਹੜਾ ਲਗਭਗ ਅੱਧਾ ਜਿਹੜਾ ਆ ਉਹ ਇਹਨਾਂ ਨੇ ਆਊਟਸੋਰਸ ਕਰਤਾ ਤੇ ਅੱਧਾ ਜਿਹੜਾ ਅੰਬਾਨੀਆਂ ਤੇ ਅਡਾਨੀਆਂ ਨੂੰ ਦੇਤਾ। ਤੇ ਕਈ ਵਾਰੀ ਜਿਹੜੇ ਚੈਨਲ ਆ ਨਾ ਉਹਨਾਂ ਦਾ ਜਦੋਂ ਨਾਂ ਵੀ ਆਉਂਦਾ ਤੇ ਕਿਤੇ ਉਹ ਬਲੈਂਕ ਕਰ ਦਿੰਦੇ ਆ। ਸੋ ਇਸ ਕਰਕੇ ਇਹ ਮੈਂ ਇਹਨੂੰ ਇੰਟਰਨਲ ਡੈਮੋਕ੍ਰੇਸੀ ਗੱਲ ਕਰਦਾ ਵੀ ਇਹ ਇੰਟਰਨਲ ਡੈਮੋਕ੍ਰੇਸੀ ਆ ਜਿਹੜੀ ਹਮੇਸ਼ਾ ਹੀ ਬਣੀ ਰਹਿਣੀ ਚਾਹੀਦੀ ਆ।
ਇਹ ਠੀਕ ਹੈ ਵੀ ਕਈ ਵਾਰੀ ਆਪਾਂ ਕਹਿ ਦਿੰਨੇ ਜੀ ਇਹ ਗਰੁੱਪ ਬਣ ਗਏ, ਕਈ ਕਹਿੰਦੇ ਆ ਵੀ ਹਾਂ ਵੀ ਤਰੇੜਾਂ ਆ ਗਈਆਂ, ਇਹ ਤੁਸੀਂ ਲੈਂਗੁਏਜ ਇਹ ਯੂਜ਼ ਕਰ ਸਕਦੇ ਪਰ ਮੈਂ ਨਹੀਂ ਯੂਜ਼ ਸਾਹਿਬ ਕਰਦੇ ਨੇ ਜੀ, ਕੈਪਟਨ ਸਾਹਿਬ ਸਿੱਧਾ ਸਿੱਧੂ ਤੇ ਸਵਾਲ ਕਰਦੇ ਸਾਹਿਬ ਦੇਖੋ ਸਾਡੇ ਬਹੁਤ ਵੱਡੇ ਲੀਡਰ ਆ, ਹਰ ਬੰਦਾ ਜਿਹੜਾ ਸੂਰਜ ਚੜ੍ਹਿਆ ਆ ਉਹਨੇ ਕਿਤੇ ਨਾ ਕਿਤੇ ਛਿਪਣਾ ਵੀ ਆ, ਕਿਤੇ ਪੀਕ ਆਉਣੀ ਆ, ਹਰ ਬੰਦੇ ਦੀ ਆਉਂਦੀ, ਹਰ ਪ੍ਰੋਫੈਸ਼ਨ ਦੇ ਵਿੱਚ ਆਉਂਦੀ ਆ, ਤੇ ਮੈਨੂੰ ਐ ਲੱਗਦਾ ਵੀ ਉਹਨੂੰ ਗ੍ਰੇਸਫੁਲੀ ਐਕਸੈਪਟ ਕਰਨਾ ਚਾਹੀਦਾ ਔਰ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਚਾਹੀਦਾ। ਮੈਨੂੰ ਕਿਉਂਕਿ ਜਿਹੜੇ ਬੰਦੇ ਜ਼ਿੰਦਗੀ 'ਚ ਐਕਸੈਪਟ ਨਹੀਂ ਕਰਦੇ, ਉਹ ਮੈਨੂੰ ਲੱਗਦਾ ਜਿਹੜੀ ਰਹਿੰਦੀ ਜ਼ਿੰਦਗੀ ਆ ਨਾ ਉਹਦੇ ਵਿੱਚ ਫਿਰ ਉਹ ਬੜੀਆਂ ਕ੍ਰਿਬ ਕਰਦੇ ਰਹਿੰਦੇ ਆ, ਸ਼ਾਇਦ ਵੀ ਮੈਂ ਐ ਕਰ ਲੈਂਦਾ, ਕਿਉਂਕਿ ਸਮਾਂ ਸੀਗਾ 4.5 ਸਾਲ ਦਾ। 4.5 ਸਾਲ ਦੇ ਵਿੱਚ ਮੈਂ ਨਹੀਂ ਕਹਿੰਦਾ ਵੀ ਡਿਲੀਵਰੀ ਨਹੀਂ ਹੋਈ, ਬਹੁਤ ਚੀਜ਼ਾਂ ਦੀ ਡਿਲੀਵਰੀ ਹੋਈ ਵੀ ਆ, ਵਿੱਚ ਕੋਵਿਡ ਵੀ ਆਇਆ, ਵਿੱਚ ਪ੍ਰੋਬਲਮਸ ਵੀ ਆਈਆਂ, ਪਰ ਜਿਹੜੇ ਸਾਡੇ 2-3 ਇਸ਼ੂ ਹੋ ਸਕਦੇ ਸੀ ਉਹ ਨਹੀਂ ਹੋਏ, ਉਹਦਾ ਮੈਨੂੰ ਕਿਤੇ ਨਾ ਕਿਤੇ ਅਫਸੋਸ ਜ਼ਰੂਰ ਹੈ। ਇੱਕ ਅਖੀਰ ਚ ਪ੍ਰਗਟ ਜੀ ਮੈਡਮ ਹੋਰਾਂ ਨਾਲ ਗੱਲ ਕਰ ਰਹੇ ਸੀਗੇ, ਉਹਨਾਂ ਨਾਲ ਵੀ ਤੁਹਾਡੇ ਭਾਵਨਕ ਤੋਂ ਹੋਣ ਦੀ ਗੱਲ ਕਰ ਰਹੇ ਸੀ। ਉਹ ਕਹਿੰਦੇ ਵੀ ਪ੍ਰਗਟ ਨੇ ਹਮੇਸ਼ਾ ਇਹ ਚੀਜ਼ ਚੁਣੀ ਹੈ ਕਿ ਪੰਜਾਬ ਜਾਂ ਪਾਰਟੀ ਚੋਂ ਚੁਣਦੇ ਸੀ ਤਾਂ ਉਹ ਹਮੇਸ਼ਾ ਪੰਜਾਬ ਨੂੰ ਚੁਣਦੇ ਸੀ, ਇਹ ਸਟ੍ਰੈਟੇਜੀ ਇਸੇ ਤਰ੍ਹਾਂ ਦੇ ਨਾਲ ਕਾਇਮ ਰਹੂ। ਡੈਫੀਨੇਟਲੀ, ਕਿਉਂ ਨਹੀਂ, ਅਸੀਂ ਹੋਰ ਕੀ ਲੈਣਾ, ਕਿਉਂਕਿ ਮੇਰੇ ਵਰਗੇ ਬੰਦੇ ਨੂੰ ਜਿਹਨੂੰ ਦੁਨੀਆ ਦੇ ਉੱਤੇ ਜੇ ਰਿਕੋਗਨਾਈਜੇਸ਼ਨ ਮਿਲੀ ਹੈ ਉਹ ਹਾਕੀ ਕਰਕੇ ਮਿਲੀ ਹੈ, ਅੱਛਾ ਉਹਦੇ ਕਰਕੇ ਰੋਜ਼ੀ ਰੋਟੀ ਵੀ ਮਿਲੀ ਆ। ਅੱਛਾ ਜੇ ਹੁਣ ਪੰਜਾਬ ਲਈ ਕੁਝ ਨਹੀਂ ਕਰਾਂਗੇ ਫਿਰ ਹੋਰ ਰੱਬ ਸਾਨੂੰ ਹੋਰ ਕੀ ਦੇ ਦੇਵੇ। ਮੈਨੂੰ ਲੱਗਦਾ ਵੀ ਸਵੇਰੇ ਉੱਠ ਕੇ ਸ਼ੁਕਰਗੁਜ਼ਾਰ ਕਰਨਾ ਚਾਹੀਦਾ। ਆਪਾਂ ਨਾਰਮਲ ਜਿਹੇ ਘਰਾਂ ਤੋਂ ਉੱਠ ਕੇ ਇਸ ਲੈਵਲ ਨੂੰ ਅਚੀਵ ਕਰ ਲਿਆ, ਮੇਰਾ ਖਿਆਲ ਇਹ ਪ੍ਰਮਾਤਮਾ ਦੀ ਮਿਹਰ ਹੀ ਆ, ਤੇ ਫਿਰ ਜੇ ਉਹਦੀ ਮਿਹਰ ਹੈ ਤੇ ਫਿਰ ਉਹਦੀ ਰਜ਼ਾ 'ਚ ਰਹਿ ਕੇ ਜੋ ਬੈਸਟ ਪੋਸੀਬਲ ਸਾਡੀ ਪੰਜਾਬ ਦੀ ਆਉਣ ਵਾਲੀ ਜਨਰੇਸ਼ਨ ਲਈ ਕਰ ਸਕਦੇ ਹੋ ਕਰੀਏ। ਮੁਬਾਰਕਾਂ ਦੁਆਰੇ ਬਹੁਤ ਬਹੁਤ ਧੰਨਵਾਦ ਗੱਲ ਕਰਨ ਲਈ। ਤੇ ਜਿਸ ਤਰ੍ਹਾਂ ਦੇ ਨਾਲ ਕਹੀਏ ਕਿ ਪੂਰਾ ਮਾਹੌਲ ਬਣਿਆ ਹੋਇਆ, ਉਹਦੇ ਵਿੱਚ ਪ੍ਰਗਟ ਸਿੰਘ ਦਾ ਕਹਿਣਾ ਹੈ ਕਿ ਬੇਸ਼ੱਕ ਮੈਂ ਮੰਤਰੀ ਬਣ ਗਿਆ, ਬੇਸ਼ੱਕ ਸਾਡਾ ਜੇ ਕਿਹਾ ਜਾਵੇ ਸਿੱਧੂ ਧੜਾ ਅੱਗੇ ਹੋ ਗਿਆ, ਪਰ ਅੱਜ ਵੀ ਕਿਤੇ ਨਾ ਕਿਤੇ ਕੋਸ਼ਿਸ਼ ਇਹੀ ਰਹੂਗੀ ਪੰਜਾਬ ਵਾਸਤੇ ਕੁਝ ਕਰਾਂ। ਪਾਰਟੀਆਂ ਜਾਂ ਫਿਰ ਸਿਆਸਤ ਮੇਰੇ ਵਾਸਤੇ ਮਾਇਨੇ ਨਹੀਂ ਰੱਖਦੀ, ਕਿਉਂਕਿ ਮੈਂ ਬੜੀ ਛੋਟੀ ਥਾਂ ਤੋਂ ਅੱਜ ਇਸ ਮੁਕਾਮ ਤੇ ਪਹੁੰਚਿਆ, ਜੇ ਪਹੁੰਚਿਆ ਤਾਂ ਫਿਰ ਲੋਕਾਂ ਲਈ ਕਿਉਂ ਨਾ ਕੁਝ ਕਰਾਂ। ਸੀਨੀਅਰ ਵੀਡੀਓ ਜਰਨਲਿਸਟ ਕਮਲਨਾਥ ਸਿੰਘ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।